राजा अपने सिंहासन ते बैठा है जी। तेह बैठ तबै भूपाला सुतह बिलोक्यो समत विसाला। और उथे बैठ करके अपने पुत्र नू प्यार करदा है, दर्शन करदा है, देखदा है कि मेरा पुत्र बहुत सियाणा है। पुरोत शाहदीन सब राजू प्रजा मलाई सर्ब समाजू। एक दिन समा आया ते राजे ने ये सारा राज भाग जेड़ा है ਧਰੂ ਨੂੰ ਦੇ ਦਿੱਤਾ। ਸਾਰੀ ਜਨਤਾ ਨੂੰ ਹੁਕਮ ਦਿੱਤਾ ਅੱਜ ਤੋਂ ਰਾਜਾ ਧਰੂ ਹੋਵੇਗਾ। ਆਪਣੀ ਬੈਸ ਬ੍ਰਿਧ ਕੋ ਦੇਖੀ ਗਮਨਿਓ ਤਪਹਿਤ ਬਨਹਿ ਬਸੇਖੀ। ਔਰ ਆਪਣੀ ਵੱਡੀ ਉਮਰ ਜਾਣ ਕੇ, ਕਿਉਂਕਿ ਪੁਰਾਣੇ ਸਮਿਆਂ ਦੇ ਲੋਕ ਜਿਹੜੇ ਸਨ ਸਮਾਂ ਰਹਿੰਦੇ ਹੀ ਭਗਤੀ ਵਿੱਚ ਪੈ ਜਾਂਦੇ ਸਨ। ਜਦੋਂ ਬਾਲ ਬੱਚੇ ਤਕੜੇ ਹੋਏ ਉਹਨਾਂ ਨੂੰ ਕੰਮ ਸੰਭਾਇਆ ਤੇ ਆਪ ਭਗਤੀ ਕਰਨ ਚਲੇ ਜਾਂਦੇ ਸੀ। ਇਸ ਤਰ੍ਹਾਂ ਰਾਜਾ ਉਤਾਨਪਾਦ ਨੇ ਵੀ ਵੇਖਿਆ ਕਿ ਮੇਰਾ ਪੁੱਤਰ ਸਿਆਣਾ ਹੈ, ਰਾਜ ਭਾਗ ਚਲਾਊਗਾ। ਉਹਨੇ ਧਰੂ ਨੂੰ ਰਾਜ ਦੇ ਦਿੱਤਾ ਹੈ, ਆਪ ਜੰਗਲਾਂ ਨੂੰ ਚਲਿਆ ਗਿਆ ਜੀ। ਪਾਛੇ ਰਾਜ ਕਰਨ ਧਰੁਵ ਲਾਗਾ ਜੋ ਸ੍ਰੀ ਵਿਸ਼ਨ ਭਗਤ ਵਡ ਭਾਗਾ। ਉਸ ਤੋਂ ਬਾਅਦ ਜੋ ਪਰਮੇਸ਼ਰ ਦਾ ਭਗਤ ਹੈ, ਵੱਡੇ ਭਾਗਾਂ ਵਾਲਾ ਧਰੂ, ਜਿਸ ਦੀ ਮਹਿਮਾ ਗੁਰੂ ਸਾਹਿਬਾਨ ਨੇ ਬਾਣੀ ਵਿੱਚ ਕੀਤੀ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ दीन दयाल भरोसे तेरे सब परिवार चढ़ाया बेड़े। ऐसा भगत ध्रुव है जिस नूं राज भाग दे के राजा चलिया गया तपस्या करन जंगलों दे विच। फिर ध्रुव राज करन लग्या जी। जो समार प्रजापत आही भरमी नाम ते सुता ब्याही। और सिसुमार नाम दा एक प्रजापति होया है, उस दी लड़की सी भरमी, ਉਹਦੇ ਨਾਲ ਧਰੂ ਦਾ ਵਿਆਹ ਕਰ ਦਿੱਤਾ ਗਿਆ ਜੀ। ਤੇ ਧਰੂ ਦਵੈ ਸੋਤੋ ਪੁਜਾਏ ਵਸਤਰ ਕਲਪੰ ਨਾਮ ਰਖਾਏ। ਔਰ ਧਰੂ ਦੇ ਦੋ ਪੁੱਤਰ ਹੋਏ ਅੱਗੇ, ਵਸਤਰ ਤੇ ਕਲਪੰ। ਉਤਮ ਨਾਮ ਭਰਾਤ ਇੱਕ ਕਾਲਾ ਮਿਰਗਿਆ ਹਿਤ ਬਨ ਗਇਓ ਵਿਸਾਲਾ। ਜਿਵੇਂ ਪਰਮੇਸ਼ਰ ਨੇ ਪਹਿਲਾਂ ਦੱਸ ਦਿੱਤਾ ਸੀ ਕਿ ਤੇਰਾ ਭਰਾ ਸ਼ਿਕਾਰੀ ਹੈ, ਇਹ ਸ਼ਿਕਾਰ ਖੇਡਣ ਦਾ ਸ਼ੌਂਕ ਰੱਖਦਾ ਹੈ, ਉਹੀ ਗੱਲ ਹੋਈ। ਇੱਕ ਦਿਨ ਜੰਗਲਾਂ ਵਿੱਚ ਇਹ ਸ਼ਿਕਾਰ ਖੇਡਣ ਗਿਆ ਜੀ। ਜਸ਼ਨ ਸੰਗ ਪਇਓ ਰਣ ਭਾਰੀ ਲਗੇ ਸ਼ਸਤਰ ਉੱਤਮ ਗਇਓ ਮਾਰੀ। ਉੱਥੇ ਆਦੀਵਾਸੀਆਂ ਨਾਲ, ਜੰਗਲੀ ਲੋਕਾਂ ਦੇ ਨਾਲ ਇਹਦੀ ਲੜਾਈ ਹੋ ਗਈ। ਉਹਨਾਂ ਨੇ ਸ਼ਸਤਰ ਮਾਰ ਕੇ ਮਾਰ ਦਿੱਤਾ ਜੀ। ਹਿਤ ਖੋਜਣ ਗਵਣੀ ਤੇ ਮਾਈ ਜਰੀ ਸੁਦਾਵਾ ਨਾਲ ਇੱਕ ਥਾਈ। ਔਰ ਇਸ ਤਰ੍ਹਾਂ ਇਹਦੀ ਮਾਤਾ ਇਹਨੂੰ ਲੱਭਣ ਚਲੀ ਗਈ ਬਰਾਗ ਦੇ ਵਿੱਚ। ਕਹਿੰਦੇ ਜੰਗਲ ਦੇ ਵਿੱਚ ਇੱਕ ਥਾਂ ਅੱਗ ਲੱਗੀ ਸੀ, ਉੱਥੇ ਇਹ ਸੜ ਕੇ ਮਰ ਗਈ ਜੀ। ਭਰਾਤਾ ਅੰਮ੍ਰਿਤ ਸੁਣੀ ਧਰੁਵ ਕਾਨਾ ਜਗਿਓ ਰੋਸ ਹਿਰਦੇ ਦੁਖ ਮਾਨਾ। ਕਹਿੰਦੇ ਧਰੂ ਦੇ ਮਨ ਵਿੱਚ ਉਸ ਵੇਲੇ ਗੁੱਸਾ ਪੈਦਾ ਹੋ ਗਿਆ ਜਦ ਇਹਨੂੰ ਪਤਾ ਲੱਗਿਆ ਕਿ ਮੇਰੇ ਭਰਾ ਨੂੰ ਜੰਗਲੀ ਲੋਕਾਂ ਨੇ, ਆਦੀਵਾਸੀਆਂ ਨੇ ਮਾਰ ਦਿੱਤਾ ਜੀ। ਜਗ ਬਿਜਈ ਰਤ ਚੜਤ ਸਦਾਇਓ ਉੱਤਰ ਦਿਸ਼ਾ ਵਿਖੈ ਚੱਲ ਆਇਓ। ਤੇ ਕਹਿਣ ਲੱਗੇ ਉਸੇ ਵੇਲੇ ਫਿਰ ਇਹ ਜੰਗ ਕਰਨ ਲਈ ਉਹਨਾਂ ਦੇ ਨਾਲ ਚਲਿਆ ਗਿਆ ਫੌਜ ਲੈ ਕੇ। ਅਲਕਾਪੁਰੀ ਸਮੀਪ ਪਿਆਨਾ ਨਿਜ ਮੁਖ ਧਰ ਕਰ ਸੰਖ ਬਜਾਨਾ। ਅਲਕਾਪੁਰੀ ਦੇ ਨੇੜੇ ਉੱਤਰ ਵਾਲੇ ਪਾਸੇ ਜਿੱਧਰੋਂ ਰਹਿੰਦੇ ਸਨ ਲੋਕ ਆਦੀਵਾਸੀ, ਜਿੱਥੇ ਇਹਦੇ ਭਾਈ ਨੂੰ ਮਾਰਿਆ ਗਿਆ ਸੀਗਾ, ਕਹਿੰਦੀ ਉੱਥੇ ਇਹਨੇ ਜੰਗ ਦਾ ਬਿਗਲ ਵਜਾਇਆ ਜੀ। ਸੁਣਤ ਜਸ ਨਿਕ ਸੇ ਬਲ ਭਾਰੀ ਸ਼ਸਤਰ ਅਸਤਰ ਨਿਜ ਸਰਬ ਸੰਭਾਰੀ। ਉਹ ਜੱਜ ਜਿਹੜੇ ਰਹਿੰਦੇ ਸਨ ਜੰਗਲੀ ਲੋਕ ਆਦੀਵਾਸੀ, ਉਹ ਸ਼ਸਤਰ ਵਸਤਰ ਤੀਰ ਕਮਾਨਾ ਆਦਿ ਲੈ ਕਰਕੇ ਲੜਨ ਆ ਗਏ ਜੀ। ਭਾ ਸੰਗਰਾਮ ਦੋਹਨ ਦੇਸ਼ ਘੋਰਾ ਝੂਟੇ ਤੀਸ਼ਣ ਬਾਣ ਕਠੋਰਾ। ਔਰ ਜੰਗ ਹੋਣ ਲੱਗਿਆ, ਦੋਨੇ ਪਾਸਿਓਂ ਬੜਾ ਭਿਆਨਕ ਜੰਗ ਹੋਇਆ ਜੀ। ਜਛ ਜਬੈ ਘਾਇਲ ਕਰ ਡਾਰੇ ਹਟੇ ਸਰਪ ਸਮਰ ਸੌਰ ਤਾਰੇ। ਔਰ ਬਹੁਤ ਸਾਰੇ ਜੱਜ ਮਾਰੇ ਗਏ। ਪੋਰਖ ਧਰੁਵ ਕੋ ਸਹਿ ਨ ਸਕਾਈ ਭਰੇ ਗਰਭ ਪੂਰੰਗਰ ਜਾਈ। ਧਰੂ ਦੇ ਬਲ ਨੂੰ ਉਹ ਝੱਲ ਨਾ ਸਕੇ। ਇਸ ਤਰ੍ਹਾਂ ਉਹ ਗੁੱਸਾ ਤਾਂ ਬਹੁਤ ਸੀ ਉਹਨਾਂ ਅੰਦਰ, ਹੰਕਾਰ ਦੇ ਭਰੇ ਗੱਜਣ ਲੱਗੇ ਜੀ। ਏਕ ਬਾਰ ਮਿਲ ਕਰ ਤਹ ਸਭ ਹੀ ਥਾਨ ਅਨਕ ਬਰ ਖਾਏ ਤਬ ਹੀ। ਔਰ ਇਹਨਾਂ ਨੇ ਇਕੱਠੇ ਹੋ ਕੇ ਹਮਲਾ ਕੀਤਾ। ਬਾਣ ਕਹਿੰਦੇ ਆ ਤੀਰਾਂ ਨੂੰ।
ਇੱਕਦਮ ਇਹਨਾਂ ਨੇ ਇਕੱਠੇ ਤੀਰ ਛੱਡ ਦਿੱਤੇ ਜੀ। ਪਰਗ ਪਸੁੰਡੀ ਤੂੰ ਮਰ ਸ਼ਕਤੀ ਨਾਨਾ ਸ਼ਸਤਰ ਕਰੈ ਕੋਕਤੀ। ਤਰ੍ਹਾਂ ਤਰ੍ਹਾਂ ਦੇ ਸਖਤ ਸ਼ਸਤਰ ਹੁੰਦੇ ਹਨ ਜਿਨ੍ਹਾਂ ਦੇ ਨਾਮ ਦੱਸੇ ਆ ਭਾਈ ਸਾਹਿਬ ਜੀ ਨੇ। ਪਰਗਾ, ਪਸੁੰਡੀ, ਤੋਮਰ, ਸ਼ਕਤੀ, ਇਹ ਤੀਰਾਂ ਦੇ ਨਾਮ ਹੈ। ਚੰਦਰਮਾ ਵਾਂਗੂ ਵੀ ਤੀਰ ਹੁੰਦਾ ਜਿਹੜਾ ਧੌਣ ਤੇ ਵੱਜ ਕੇ ਧੌਣ ਵੜ ਦਿੰਦਾ ਹੈ। ਇਸ ਤਰ੍ਹਾਂ ਦੇ ਤਰ੍ਹਾਂ ਦੇ ਸ਼ਸਤਰੇ ਨਾਣੇ ਧਰੂ ਤੇ ਚਲਾਉਣੇ ਕੀਤੇ ਜੀ। ਛਾਇਓ ਰਥ ਧਰਵ ਕੋ ਤਬ ਐਸੇ ਮਹਾ ਮੇਘ ਘਟ ਸੂਰਜ ਦੈਸੇ। ਪਰ ਇਹਨਾਂ ਸ਼ਾਸਤਰਾਂ ਨੇ ਧਰੂ ਦੇ ਰਥ ਨੂੰ ਇਸ ਤਰ੍ਹਾਂ ਘੇਰ ਲਿਆ ਜਿਵੇਂ ਗੜੇ ਪੈਂਦੇ ਹਨ। ਜਿਉਂ ਕਰ ਪਰ ਬਰਖੈ ਕਨ ਭਾਰੇ ਤਿਉ ਇੱਕ ਬਾਰ ਸ਼ਸਤਰ ਸਭ ਡਾਰੇ। ਜਿਵੇਂ ਕਹਿੰਦੇ ਪਹਾੜਾਂ ਪੱਥਰਾਂ ਦੇ ਉੱਤੇ ਇੱਕਦਮ ਭਾਰੀ ਬਾਰਿਸ਼ ਹੋਣ ਲੱਗ ਜਾਵੇ ਮੂਸਲਾਧਾਰ, ਇਉਂ ਆਦੀਵਾਸੀਆਂ ਨੇ ਹਮਲਾ ਕੀਤਾ। ਆਕਾਸ਼ ਮੈਂ ਹਾਹਾਕਾਰ ਨਸਿਓ ਬੰਸ ਮਨ ਐਸ ਵਿਚਾਰਾ। ਔਰ ਹਾਹਾਕਾਰ ਹੋਣ ਲੱਗੀ ਹੈ ਆਕਾਸ਼ਾਂ ਦੇ ਵਿੱਚ ਬਈ ਜੱਛਾਂ ਦੀ, ਆਦੀਵਾਸੀਆਂ ਦੀ ਤਾਂ ਜਿਹੜਾ ਹੈ ਵੰਸ਼ ਹੀ ਖਤਮ ਹੋ ਜਾਵੇਗੀ। ਤੇਸ਼ਨ ਜਸ ਸਭੈ ਹਰ ਖਾਏ ਭਰੇ ਗਰਭ ਔਰ ਵਡਗਰ ਜਾਏ। ਜਦੋਂ ਏਦਾਂ ਹਾਹਾਕਾਰ ਹੋਣ ਲੱਗੀ ਤੇ ਇਸ ਦਾ ਦਾਦਾ ਮਨੋ ਵੰਸ਼ ਦਾ ਜੋ ਨਾਸ਼ ਹੋਣ ਲੱਗਿਆ, ਇਹ ਸੋਚਣ ਲੱਗਿਆ ਧਰੁਵ ਰਥ ਅਵਸਰ ਪਾਏ ਬਹੂਰੀ ਰਵ ਜਿਉ ਨਿਕਸ ਨਿਹਾਰਹਿ ਫੂਰੀ। ਕਹਿੰਦੇ ਧਰੂ ਨੇ ਮੌਕਾ ਪਾ ਕੇ ਆਪਣਾ ਰਥ ਇਹਨਾਂ ਦੇ ਵਿੱਚੋਂ ਬਾਹਰ ਕੱਢਿਆ ਜੀ। ਧਰ ਤਨ ਕਰ ਮਹਿ ਸਰਬਰ ਖਾਏ ਪੀੜਤ ਹੋਏ ਸਭ ਛਤਰ ਪਲਾਏ। ਔਰ ਫਿਰ ਇਸ ਨੇ ਆਪਣੇ ਵੱਲੋਂ ਹਮਲਾ ਕੀਤਾ ਤੀਰਾਂ ਦੇ ਨਾਲ ਤੇ ਦੁਸ਼ਮਣ ਭਜਾ ਦਿੱਤੇ। ਬਾਨਣ ਸੰਗ ਬਿਦੇ ਤਨ ਤਨ ਕੇ ਭਾਗੇ ਵਡੋ ਗਰਭ ਔਰ ਜਨ ਕੇ। ਇਸ ਤਰ੍ਹਾਂ ਬਹੁਤ ਸਾਰੇ ਜਸ ਜਿਹੜੇ ਤੀਰਾਂ ਦੇ ਨਾਲ ਬਿੰਨੇ ਹੋਏ ਭੱਜਣ ਲੱਗੇ ਜੇ। ਮਾਥੇ ਪੁਜਾ ਚਰਨ ਕਟ ਡਾਰੇ ਜੇ ਸਨ ਮੁਖ ਭੇ ਤਤਸ਼ਨ ਮਾਰੇ। ਕਿਸੇ ਦਾ ਸਿਰ, ਕਿਸੇ ਦੀ ਬਾਂਹ ਤੇ ਕਿਸੇ ਦੀ ਲੱਤ ਵੱਢੀ ਗਈ, ਜਿਹੜੇ ਮੂਹਰੇ ਖੜ ਗਏ। ਅਨਗਨ ਜਸ ਪਰੇ ਕਟ ਧਰਨੀ ਬਨ ਕਟਣੇ ਸਮ ਉਪਮਾ ਵਰਨੀ। ਬਹੁਤ ਸਾਰੇ ਜੱਜ ਉਸ ਵੇਲੇ ਇਉਂ ਮਾਰੇ ਪਏ ਹਨ ਜਿਵੇਂ ਕਿਸੇ ਨੇ ਜੰਗਲ ਵੱਢਿਆ ਹੋਵੇ ਜੇ। ਕਾਣ ਅਨੀਕ ਜਿਵ ਪੌਣ ਅਗਾਰੀ ਤਿਉ ਭਾਗੇ ਪਾਛੇ ਨ ਨਿਹਾਰੀ। ਬਹੁਤ ਸਾਰੇ ਇਉਂ ਭਜਦੇ ਹਨ ਜਿਵੇਂ ਬੱਦਲ ਭਜਦੇ ਹੋਣ। ਮਾਇਆ ਆਪਣੀ ਤਬਹ ਪਸਾਰੀ ਸ਼ਿਲਾਕ ਬੰਦ ਗਿਰਹ ਨਭ ਭਾਰੀ। ਤਾਂ ਜਕਸ਼ਾ ਨੇ ਫਿਰ ਆਪਣੀ ਮਾਇਆ ਛੱਡੀ ਹੈ। ਆਕਾਸ਼ਾਂ ਤੋਂ ਜਿਵੇਂ ਪੱਥਰ ਡਿੱਗਦੇ ਹੋਣ ਇਹਨਾਂ ਨੇ ਹਮਲਾ ਕੀਤਾ ਜੀ। ਮਿਸ਼ਟਾ ਮੂਤਰ ਰੁਦਰ ਪੂ ਤਬ ਹੀ ਬਰਖੈ ਛਤਰ ਗਗਨ ਤੇ ਸਭ ਹੀ। ਇਉਂ ਅਨੇਕਾਂ ਤਰ੍ਹਾਂ ਦੇ ਸ਼ਾਸਤਰ ਇਹਨਾਂ ਨੇ ਫੇਰ ਦੂਰ ਜਾ ਕੇ ਧਰੂ ਤੇ ਚਲਾਉਣੇ ਕੀਤੇ। ਸ਼ੂਕਰ ਸਿੰਘ ਬਿਆਗ ਇਹ ਘੋਰਾ ਪਰਲੇ ਸਰਸ ਭਾਨਾਦ ਕਠੋਰਾ। ਇਉਂ ਕਹਿੰਦੇ ਆਵਾਜ਼ਾਂ ਆਉਣ ਲੱਗੀਆਂ। ਇਹਨਾਂ ਨੇ ਆਪਣੀ ਮਾਇਆ ਜੰਤਰਾਂ ਮੰਤਰਾਂ ਦੇ ਨਾਲ ਹਮਲਾ ਕੀਤਾ। ਮਤਲਬ ਸੂਰਾਂ ਦੀਆਂ, ਬਾਘਾਂ ਦੀਆਂ, ਸ਼ੇਰਾਂ ਦੀਆਂ, ਘੋੜਿਆਂ ਦੀਆਂ, ਸੱਪਾਂ ਦੀਆਂ ਆਵਾਜ਼ਾਂ ਕੱਢਣੀਆਂ ਸ਼ੁਰੂ ਕੀਤੀਆਂ ਜੀ। ਜਿਉਂ ਤਰੂ ਕੀ ਤੁਜਨੀ ਹਵੈ ਹਾਨੀ ਤਿਉ ਸੋ ਆਸੁਰੀ ਮਾਇਆ ਠਾਨੀ। ਇਉਂ ਦੈਂਤ ਮਾਇਆ, ਅਸਰੀ ਮਾਇਆ ਇਹਨਾਂ ਨੇ ਪਾਈ ਧਰੂ ਦੀ ਫੌਜ ਨੂੰ ਡਰਾਉਣ ਵਾਸਤੇ। ਤਰੋ ਹਰ ਭਗਤ ਮਹਾਬਲ ਧਾਰਾ ਨਾਰਾਇਣ ਸਰ ਤਬਹਿ ਸੰਭਾਰਾ। ਕਹਿੰਦੇ ਕਿ ਧਰੂ ਵੀ ਪਰਮੇਸ਼ਰ ਦਾ ਭਗਤ ਸੀਗਾ। ਉਸ ਨੇ ਨਰੈਣ ਸਾਰੇ ਇਸ ਮਾਇਆ ਨੂੰ ਖਤਮ ਕਰਨ ਵਾਸਤੇ ਪਰਮੇਸ਼ਰ ਦੇ ਨਾਮ ਰੂਪੀ ਤੀਰ ਨੂੰ ਲਿਆ। ਕਰ ਮਹਿਲੇ ਤਨ ਮਹਿ ਜਬ ਜੋਰਾ ਨਾਸ ਭਈ ਮਾਇਆ ਵਡ ਕੋਰਾ। ਤਾਂ ਮਾਨੋ ਇਸ ਦੇ ਨਾਮ ਦੇ ਤੀਰ ਨਾਲ ਉਹਨਾਂ ਦੀ ਮਾਇਆ ਖਤਮ ਹੋ ਗਈ ਜੀ। ਜਬ ਉਹ ਬਾਣ ਕਟਕ ਮਹਿ ਡਾਰਾ ਸਿਨਕ ਵਿਖੈ ਸਗਰੋ ਸੰਘਾਰਾ। ਜਦੋਂ ਇਸ ਨੇ ਨਾਮ ਦਾ ਤੀਰ ਪਾ ਕੇ ਛੱਡਿਆ, ਮੇਰਾ ਖਿਆਲ ਹੈ ਕਿ ਸਾਰੀਆਂ ਅੰਦਰ ਦੀਆਂ ਗੱਲਾਂ ਹਨ। ਮਨੁੱਖ ਦੇ ਅੰਦਰ ਹੀ ਸਭ ਕੁਝ ਹੈ ਤੇ ਬਾਹਰ ਵੀ ਹੈ। ਚਲੋ ਖੈਰ, ਇਸ ਤਰ੍ਹਾਂ ਕਹਿਣ ਲੱਗੇ ਜੰਗ ਹੋਇਆ। ਜਦੋਂ ਇਹਨੇ ਉਹ ਤੀਰ ਪਾਇਆ ਤੇ ਉਹਨਾਂ ਦੀ ਮਾਇਆ ਛੈ ਹੋ ਗਈ, ਖਤਮ ਹੋ ਗਈ ਜੀ। ਕਟੇ ਅੰਗ ਵਿਆਕੁਲ ਹਵੈ ਭਾਗੇ ਸਰਪ ਬ੍ਰਿੰਦ ਜਿਉ ਖਗਪਤ ਆਗੇ। ਜਿਹੜੇ ਅਨੇਕਾਂ ਤਰ੍ਹਾਂ ਦੀਆਂ ਸ਼ਕਲਾਂ ਬਦਲ ਕੇ ਮਾਇਆ ਲੈ ਚੱਕ ਕੇ ਆਏ ਸਨ, ਉਹ ਸਾਰੇ ਭੱਜਣ ਲੱਗੇ। ਫਿਰ ਚੌਕੋ ਪਿਤ ਪਿਤ ਨਿਰਪਮਨ ਜੋਈ ਦਇਆ ਭਈ ਆਇਓ ਚਲ ਸੋਈ। ਇਸ ਧਰੂ ਨੂੰ ਕੋਈ ਰੋਕ ਨਹੀਂ ਸੀ ਸਕਦਾ। ਕਹਿੰਦੇ ਫਿਰ ਇਹਦਾ ਦਾਦਾ ਹੀ ਆਇਆ।
ਔਰ ਉਸ ਨੇ ਆ ਕੇ ਇਸ ਨੂੰ ਰੋਕਣਾ ਕੀਤਾ। ਕਹਿਣ ਲੱਗਾ ਧਰੁਵ ਕੋ ਅਸਬਾਨੀ ਬਿਨ ਅਪਰਾਧ ਨ ਜਸ ਕਰ ਹਾਨੀ। ਉਹ ਕਹਿਣ ਲੱਗਿਆ ਪੁੱਤਰ ਬਹੁਤ ਹੋ ਗਿਆ, ਤੂੰ ਹੁਣ ਕਿਉਂ ਇਹਨਾਂ ਜੱਛਾਂ ਨੂੰ ਮਾਰਦਾ ਹੈ? ਤੂੰ ਹਰ ਭਗਤ ਦਇਆ ਔਰ ਤਾਰਹੁ ਰਿਸ ਕਰ ਸ਼ਾਂਤ ਨਾ ਜਸ ਸ਼ਿੰਗਾਰ। ਸ਼ਾਂਤੀ ਰੱਖ, ਦਇਆ ਕਰ, ਤੂੰ ਤਾਂ ਭਗਤ ਹੈ ਹਰੀ ਦਾ। ਏਕ ਭ੍ਰੰਤ ਤੇਰੋ ਇਨ ਮਾ ਏਕ ਭਰਾਤ ਤੇਰੋ ਇਨ ਮਾਰਾ ਤੈ ਅਨਗਨ ਬਹੁ ਕਟਕ ਸੰਘਾਰਾ। ਇਹਨਾਂ ਨੇ ਤੇਰੇ ਇੱਕ ਭਰਾ ਨੂੰ ਮਾਰਿਆ, ਤੂੰ ਇੰਨੀ ਫੌਜ ਮਾਰਤੀ, ਬੰਦ ਕਰ ਹੁਣ ਲੜਾਈ। ਬਾਲ ਬੈਸ ਤੁਮ ਬਿਸ਼ਨ ਧਿਆਇਓ ਤਹਾਂ ਗਿਆਨ ਪੂਰਨ ਔਰ ਪਾਇਓ। ਬਚਪਨ ਦੇ ਵਿੱਚ ਤੂੰ ਪਰਮੇਸ਼ਰ ਦੀ ਆਰਾਧਨਾ ਕੀਤੀ ਹੈ, ਤੈਨੂੰ ਉਸ ਗਿਆਨ ਨੂੰ ਯਾਦ ਕਰਨਾ ਚਾਹੀਏ ਜੀ। ਆਤਮ ਸਰਬ ਬਿਖਾ ਹੈ ਏਕੂ ਅਸ ਪ੍ਰਕਾਰ ਸੰਭਾਰ ਬਬੇਕੂ। ਇਸ ਕਰਕੇ ਸਾਰਿਆਂ ਵਿੱਚ ਹੀ ਆਤਮਾ ਦਾ ਵਾਸਾ ਹੈ, ਆਪਣੇ ਗਿਆਨ ਨੂੰ ਸੰਭਾਲ, ਬੰਦ ਕਰੇ ਲੜਾਈ। ਆਹ ਅਨੁਚਿਤ ਯਹ ਸਭ ਬਾਤਾ ਬਸ ਸੰਗਰਾਮ ਨ ਕਰ ਅਬਤਾਤਾ। ਉਤਰਾ ਬਸ ਕਰੇ ਲੜਾਈ, ਬੰਦ ਕਰ ਹੁਣ, ਇਹ ਅਣਉਚਿਤ ਹੈ। ਇਸ ਬਿਦ ਦੀਨ ਗਿਆਨ ਮਨ ਰਾਉ ਜੁਦ ਕਰਤ ਧਰੁਵ ਕੀ ਨ ਹਟਾਉ। ਫਿਰ ਕਹਿਣ ਲੱਗੇ ਉਸ ਮਨੂ ਰਾਜੇ ਦੀ ਰੂਹ ਨੇ, ਭਾ ਮਨੂ ਨੇ ਹੀ ਮਾਨੋ ਕਾਸ਼ਬਾਣੀ ਕਰਕੇ ਇਸ ਨੂੰ ਜੰਗ ਤੋਂ ਰੋਕਣਾ ਕੀਤਾ ਜੇ। ਪਨ ਮਨ ਗਵਨਿਓ ਆਪਣਾ ਅਵਾਸੂ ਤਬ ਧਨ ਪਤ ਆਵਾ ਧਰੁਵ ਪਾਸੂ। ਇਸ ਤਰ੍ਹਾਂ ਗੁਰੂ ਪਿਆਰਿਓ ਉਹ ਆਪਣੇ ਆਵਾਸ, ਆਪਣੇ ਇਲਾਕੇ ਨੂੰ ਚਲਿਆ ਗਿਆ। ਫੇਰ ਕੀ ਹੋਇਆ? ਵਰਨਨ ਕੀਨੋ ਸੁਜਾਸ ਵਿਸਾਲਾ ਧਨ ਧਨ ਹਰ ਭਗਤ ਕੋ ਪੁਵਾਲਾ। ਧਨਪਤੀ ਕੁਬੇਰ ਰਾਜਾ ਧਰੂ ਦੇ ਕੋਲ ਆਇਆ ਤੇ ਇਹਦੀਆਂ ਸਿਫਤਾਂ ਕਰਨ ਲੱਗਿਆ। ਕਹਿਓ ਪਿਤਾਮਾ ਕੋ ਤੁਮ ਮਾਨਾ ਔਰ ਤੇ ਕ੍ਰੋਧ ਸਕਲ ਬਿਸਰਾਨਾ। ਚੱਲ ਚੰਗਾ ਕੀਤਾ, ਜੰਗ ਨਹੀਂ ਕੀਤੀ, ਵਧੀਆ ਕੀਤਾ, ਆਪਣੇ ਦਾਦੇ ਦੀ ਗੱਲ ਮੰਨ ਕੇ ਜੰਗ ਬੰਦ ਕਰ ਦਿੱਤਾ ਜੇ। ਤੋ ਭਰਾਤਾ ਨ ਜਸ ਸੰਘਾਰਾ ਏਕ ਨਹੀਂ ਜਸ ਤੁਮ ਨ ਮਾਰਾ। ਨਾ ਤੁਹਾਡੇ ਭਰਾ ਨੂੰ ਜੱਛਾਂ ਨੇ ਮਾਰਿਆ, ਨਾ ਤੁਸੀਂ ਕੋਈ ਜੱਛ ਮਾਰਿਆ। ਮਾਰਨ ਕੋ ਕਾਰਨ ਇਕ ਕਾਲੂ ਲਖਤ ਨਾ ਕੋ ਗਤ ਜਾਸ ਬਿਸਾਲੂ। ਅਸਲ ਕਾਲ ਹੀ ਸਭ ਨੂੰ ਮਾਰਨ ਵਾਲਾ ਹੈ। ਇਸ ਬਹਾਨੇ ਸਾਨੂੰ ਕੁਝ ਹੋਰ ਦਿਸਦਾ ਹੈ। ਜਿਸ ਤਰ੍ਹਾਂ ਅਰਜਨ ਨੂੰ ਕ੍ਰਿਸ਼ਨ ਜੀ ਨੇ ਦੱਸਿਆ, ਜਿਸ ਵੇਲੇ ਅਰਜਨ ਨੂੰ ਲੜਾਈ ਕਰਨ ਵਾਸਤੇ ਕਿਹਾ ਨਾ, ਤਾਂ ਉਸ ਵੇਲੇ ਅਰਜਨ ਦਰਿਆ ਛਿੱਟ ਕੇ ਬਹਿ ਗਿਆ। ਕਹਿੰਦਾ ਸਾਰੇ ਚਾਚੇ ਤਾਏ ਨਾਨਕੇ ਦਾਦਕੇ ਖੜੇ ਆ, ਕਿਹਨੂੰ ਮਾਰਾਂ? ਕ੍ਰਿਸ਼ਨ ਜੀ ਕਹਿੰਦੇ ਮਾਰਨਾ ਤੂੰ ਨਹੀਂ, ਮਾਰਨਾ ਤਾਂ ਮੈਂ ਆ, ਇਹ ਤੇਰਾ ਕੰਮ ਨਹੀਂ, ਤੈਨੂੰ ਤਾਂ ਵਡਿਆਈ ਦੇਣੀ ਆ, ਤੂੰ ਲੜਾਈ ਕਰ। ਕਾਫੀ ਚਿਰੋਂ ਲੜਾਈ ਨਹੀਂ ਕਰਦਾ। ਅਖੀਰ ਕ੍ਰਿਸ਼ਨ ਜੀ ਕਹਿੰਦੇ ਚੰਗਾ ਤੀਰ ਛੱਡ, ਵੇਖਦਾ ਤੇਰੇ ਤੀਰ ਨਾਲ ਮਰਦਾ ਕਿ ਮੇਰੇ ਚੱਕਰ ਨਾਲ ਮਰਦਾ ਹੈ। ਕਹਿੰਦੇ ਅਰਜਨ ਨੇ ਇੱਕ ਤੀਰ ਛੱਡਿਆ ਜਿਸ ਮਨੁੱਖ ਦੇ ਵੱਲ ਉਸ ਤੋਂ ਪਹਿਲਾਂ ਹੀ ਕ੍ਰਿਸ਼ਨ ਦਾ ਚੱਕਰ ਗਿਆ ਤੇ ਉਹਦਾ ਸਿਰ ਕੱਟਿਆ ਗਿਆ। ਸੋ ਇਸ ਕਰਕੇ ਮਾਰਨ ਵਾਲਾ ਤਾਂ ਉਹ ਕਾਲ ਹੈ ਜਿਸ ਦੀ ਡਿਊਟੀ ਪਰਮੇਸ਼ਰ ਨੇ ਲਾਈ ਹੈ। ਮੈਂ ਅਰ ਮੋਰ ਤੋਰ ਜੇ ਜਾਣਤ ਤਾਂ ਕੋ ਪੰਡਤ ਅਗੈ ਪਛਾਨਤ। ਜਿਹੜੇ ਮੈਂ ਮੇਰੀ ਤੇਰਾ ਮੇਰਾ ਸਮਝਦੇ ਹਨ, ਅਸਲ ਵਿੱਚ ਫਲਾਣੇ ਨੇ ਮਾਰਿਆ, ਉਹਨੇ ਮਾਰਿਆ, ਮੈਂ ਮਾਰ ਦੂੰਗਾ, ਉਹ ਅਗਿਆਨੀ ਹੁੰਦੇ ਹਨ। ਤੂੰ ਮਤਵਤ ਗਿਆਨ ਗੁਣ ਖਾਨੀ ਬਾਲ ਬੈਸ ਹਰ ਭਗਤ ਕਮਾਨੀ। ਤੂੰ ਤਾਂ ਬੜਾ ਸਿਆਣਾ ਬੱਚਾ ਹੈ, ਬਚਪਨ ਦੇ ਵਿੱਚ ਪਰਮੇਸ਼ਰ ਦੀ ਭਗਤੀ ਕੀਤੀ ਹੈ। ਤੁਝ ਪਰ ਮੈਂ ਸੋ ਪ੍ਰਸੰਨ ਵਿਸਾਲਾ ਚਾਹੋ ਜੋ ਬਰ ਜਾ ਚਾਹੂੰ ਤਤਕਾਲਾ। ਬੋਲ ਤੈਨੂੰ ਕੀ ਚਾਹੀਦਾ? ਮੈਂ ਧਨ ਦਾ ਦੇਵਤਾ ਹਾਂ। ਸੁਣ ਬੋਲੋ ਤਰੋ ਤਬ ਅਸਰੀਤੀ ਸ੍ਰੀ ਹਰਿ ਚਰਨ ਅਚਲ ਵੈ ਹਵੈ ਪ੍ਰੀਤੀ। ਕਹਿੰਦਾ ਮੈਨੂੰ ਕੁਛ ਨਹੀਂ ਚਾਹੀਦਾ, ਬਸ ਹਰੀ ਦੇ ਨਾਲ ਹਮੇਸ਼ਾ ਜੁੜਿਆ ਰਹਾਂ ਜੀ। ਸਿੰਧ ਜਗਤ ਜਾਤੇ ਤਰ ਜਾਊ ਇਹ ਬਰ ਤੁਮ ਤੇ ਮੈਂ ਸ਼ੁਭ ਪਾਉ। ਮੈਂ ਬਸ ਸੰਸਾਰ ਸਮੁੰਦਰ ਚੋਂ ਤਰ ਜਾਵਾਂ, ਮੈਨੂੰ ਇਹੋ ਹੀ ਚਾਹੀਏ। ਏਵ ਮਸਤ ਕੈ ਬਚਨ ਕੁਮੇਰਾ ਗਮਨਿਓ ਤਬੈ ਧੋਤੋ ਜਹ ਡੇਰਾ। ਤਾਂ ਕੁਬੇਰ ਭਗਤ ਵੀ ਕਹਿੰਦੇ ਏਵਮ ਸਤ, ਏਦਾਂ ਹੀ ਹੋਵੇਗਾ ਕਹਿ ਕੇ ਚਲਿਆ ਗਿਆ ਜੀ। ਧਰੁਵ ਆਪਣੇ ਪੁਰ ਕੋ ਚਲ ਆਵਾ ਜੇ ਕੋ ਸੁਰ ਨਰ ਮਹਿ ਜਸ ਛਾਵਾ। ਔਰ ਧਰੁਵ ਭਗਤ ਜਿਹੜਾ ਹੈ ਉਹ ਆਪਣੀ ਪੁਰੀ ਆਪਣੇ ਇਲਾਕੇ ਨੂੰ ਆ ਗਿਆ ਹੈ, ਜਿਸ ਦਾ ਸਾਰੇ ਲੋਕਾਂ ਨੇ ਵੀ ਸਿਫਤ ਫੈਲਿਆ ਜੀ। ਕੀਨ ਪ੍ਰਿਥੀ ਕੋ ਰਾਜ ਕਨੇਰਾ ਕਰਮਕ ਫਲ ਅਰਪਿਓ ਹਰ ਪੈਰਾ। ਔਰ ਧਰਤੀ ਤੇ ਬੜਾ ਰਾਜ ਕੀਤਾ ਉਸਨੇ, ਜੱਗ ਵੀ ਕੀਤਾ ਪਰਮੇਸ਼ਰ ਦੇ ਨਿਮਿਤ।
ਪ੍ਰੇਮ ਭਗਤ ਮੈਂ ਰਹਿਓ ਸਮਾਈ ਸਰਬ ਸੁਖਨ ਸੋ ਪਰਜਾ ਬਸਾਈ ਬੜੀ ਪ੍ਰੇਮਾ ਭਗਤੀ ਵੀ ਕੀਤੀ ਤੇ ਲੋਕਾਂ ਨੂੰ ਸੁੱਖ ਵੀ ਦਿੱਤਾ ਜੇ 36 ਸਹਿਸ ਬਰਖ ਕਰ ਰਾਜੂ ਧਰਮ ਅਰਥ ਕਾ ਮਾਦਕ ਸਾਜੂ 3600 ਸਾਲ ਇਸ ਨੇ ਕਹਿੰਦੇ ਰਾਜ ਕੀਤਾ ਧਰਮ ਅਰਥ ਕਾਮਿਕ ਆਦਿ ਸਭ ਭੋਗਣਾ ਕੀਤਾ ਜੇ ਨਸਵਰ ਲਖ ਕਰ ਜਗਤ ਬਹੋਰੀ ਸੁਪਨ ਸਮਾਨ ਦੀਨ ਸਭ ਸ਼ੋਰੀ ਸੰਸਾਰ ਨੂੰ ਝੂਠਾ ਜਾਣ ਕੇ ਸੁਪਨੇ ਸਮਾਨ ਸਭ ਤਿਆਗ ਦਿੱਤਾ ਜੀ ਸੁਤ ਕੋ ਰਾਜ ਸਮਰਪਣ ਕੀਨਾ ਆਪ ਪੰਥ ਕਾਨਨ ਕੋ ਲੀਨਾ ਆਪਣੇ ਪੁੱਤਰ ਨੂੰ ਰਾਜ ਦੇ ਕੇ ਆਪ ਜੰਗਲਾਂ ਨੂੰ ਚਲਿਆ ਗਿਆ ਜੀ ਕੀਨ ਸਨਾਨ ਸੁਰਸਰੀ ਤੀਰਾ ਬੈਠ ਗਇਓ ਪੁਨ ਗੁਣੀ ਗਹੀਰਾ ਗੰਗਾ 'ਚ ਇਸ਼ਨਾਨ ਕਰਕੇ ਫਿਰ ਪਹਾੜਾਂ ਵਿੱਚ ਬੈਠ ਗਿਆ ਜੋਗ ਸਮਾਧੀ ਕੀਨ ਪਰ ਬੀਨੇ ਧਿਆਤਾ ਤੇ ਏਕ ਕਰ ਲੀਨੇ ਔਰ ਜੋਗ ਸਮਾਧੀ ਵੀ ਜੁੜ ਗਿਆ ਧਿਆਤਾ ਤੇ ਧਿਆਨ ਤਿੰਨਾਂ ਨੂੰ ਇੱਕ ਕਰ ਲਿਆ ਭਇਓ ਭਾਵ ਜਗਤ ਕੋ ਤਬ ਹੀ ਮਨ ਸੰਕਲਪ ਫੁਰਿਓ ਨਾ ਕਬ ਹੀ ਔਰ ਦੁਨੀਆ ਦਿਮਾਗ ਦੇ ਵਿੱਚੋਂ ਕੱਢ ਦਿੱਤੀ ਹੈ ਭਾਵ ਹੋ ਜਾਣਾ ਖਤਮ ਕਰ ਦੇਣਾ ਸਾਰੇ ਫੁਰਨੇ ਸੰਕਲਪਾਂ ਨੂੰ ਕੋਈ ਫੁਰਨਾ ਨਹੀਂ ਉੱਠਿਆ ਇਹ ਬਿਦ ਬੀਤ ਗਇਓ ਕੁਛ ਕਾਲੂ ਪ੍ਰੇਮ ਭਗਤ ਮੈਂ ਮਗਨ ਵਿਸਾਲੂ ਕੁਝ ਸਮਾਂ ਇਸਨੇ ਪ੍ਰੇਮਾ ਭਗਤੀ ਵਿੱਚ ਬਤੀਤ ਕੀਤਾ ਜੇ ਨਭ ਤੇ ਤਬ ਬਿਵਾਨ ਇੱਕ ਆਵਾ 14 ਪਸਰਿਓ ਜਾਸ ਪ੍ਰਭਾਵਾ ਜਦ ਇਹਦਾ ਸਮਾਂ ਆਇਆ ਮੌਤ ਦਾ ਸਰੀਰ ਛੱਡਣ ਦਾ ਕਹਿੰਦੇ ਆਕਾਸ਼ਾਂ ਚੋਂ ਇੱਕ ਭਗਵਾਨ ਆਇਆ ਹੈ ਔਰ ਸੁੰਦਰ ਲਾਈਟਾਂ ਜਗਦੀਆਂ ਅਤੇ ਬੜਾ ਪ੍ਰਭਾਵ ਹੈ ਕਿੰਕਰ ਜਿਹ ਕੇ ਲੱਗੇ ਜਿਹ ਕੋ ਲੱਗੇ ਅਨੂਪਾ ਚਾਰ ਭੁਜਾ ਸੁਟ ਸ਼ਿਆਮ ਸਰੂਪਾ ਚਾਰ ਸੇਵਕਾਂ ਨੇ ਇਸ ਨੂੰ ਚੱਕਿਆ ਹੋਇਆ ਹੈ ਬੈ ਕਸ਼ੂਰ ਸਸ ਬਦਨ ਸੁਹਾਵਤ ਕੁੰਡਲ ਮੁਕਟ ਹਾਰ ਸਭ ਪਾਵਤ ਇਸ ਤਰ੍ਹਾਂ ਜਿਨ੍ਹਾਂ ਦੇ ਸਰੀਰ ਬੜੇ ਸੁੰਦਰ ਹਨ ਔਰ ਇਸ ਭਗਵਾਨ ਨੂੰ ਚੱਕ ਕੇ ਲਿਆ ਰਹੇ ਹਨ ਨੰਦਾਦਕ ਪ੍ਰਭ ਕਿੰਕਰ ਜੇਈ ਧਰੋਕੇ ਪਦ ਬੰਦਤ ਭੇਸਿਆਈ ਔਰ ਧਰੂ ਦੇ ਕੋਲ ਆ ਕੇ ਉਹਨੂੰ ਨਮਸਕਾਰਾਂ ਕਰਕੇ ਕਹਿਣ ਲੱਗੇ ਜੇ ਕਹਿਣ ਲੱਗੇ ਹੈ ਰਾਜ ਕੁਮਾਰਾ ਬਾਲ ਬੈਸ ਕੇ ਭਗਤ ਅਪਾਰਾ ਰਾਜ ਕੁਮਾਰ ਜੀ ਤੁਸੀਂ ਤਾਂ ਬਚਪਨ ਵਿੱਚ ਬੜੀ ਭਗਤੀ ਕੀਤੀ ਹੈ ਤ੍ਰਿਪਣ ਪਤ ਤੁਮ ਭਲੇ ਰਜਾਏ ਤਾਹੀ ਨੈ ਤੁਸ ਪਾਸ ਬਿਠਾਏ ਤੁਸੀਂ ਤਿੰਨਾਂ ਲੋਕਾਂ ਦੇ ਮਾਲਕ ਨੂੰ ਰਝਾ ਲਿਆ ਹੈ ਅੱਜ ਉਹਨੇ ਤੁਹਾਨੂੰ ਆਪਣੇ ਕੋਲ ਸੱਦਿਆ ਹੈ ਪ੍ਰਭ ਆਗਿਆ ਅਬ ਕਰਹੁ ਬਿਆਨਾ ਨਿਰਮਲ ਸੁਖ ਭੋਗੋ ਬਿਦਨਾਨਾ ਪਰਮੇਸ਼ਰ ਦਾ ਹੁਕਮ ਹੈ ਤੁਸੀਂ ਸਾਡੇ ਨਾਲ ਚੱਲੋ ਤੇ ਉੱਥੇ ਜਾ ਕੇ ਸਾਰੇ ਜਿਹੜੇ ਹਨ ਆਨੰਦ ਮਾਣੋ ਜੀ ਸਬਤ ਰਖੀ ਅਬਲਾਘਤ ਪਦ ਜਿਹੇ ਜਤਨ ਕਰਤ ਪ੍ਰਾਪਤ ਹਵੈ ਨਹਿ ਤੇ ਸੱਤੇ ਰਿਸ਼ੀ ਉਸ ਪਰਮੇਸ਼ਰ ਦੀ ਭਗਤੀ ਨੂੰ ਪ੍ਰਾਪਤੀ ਕਰਨਾ ਚਾਹੁੰਦੇ ਆ ਪਰ ਕਿਸੇ ਨੂੰ ਪ੍ਰਾਪਤ ਨਹੀਂ ਹੋਈ ਭਾਨ ਇੰਦ ਗ੍ਰਹਿ ਆਦਿਕ ਸਾਰੇ ਕਰਹਿ ਪ੍ਰਦਰਸ਼ਨ ਨਿਤ ਹਿਤ ਧਾਰੇ ਔਰ ਸਾਰੀ ਦੁਨੀਆ ਚੰਦਰਮਾ ਸੂਰਜ ਧਰਤੀ ਗ੍ਰਹਿ ਨਛੱਤਰ ਉਸ ਪਰਮੇਸ਼ਰ ਦੇ ਹੁਕਮ ਅੰਦਰ ਹੀ ਘੁੰਮ ਰਹੇ ਹਨ ਭੈ ਵਿੱਚ ਪਵਨ ਵਹਿ ਸਦਵਾਓ ਭੈ ਵੀ ਚੱਲੈ ਲਖ ਦਰਿਆਓ ਦੇ ਮਹਾਂਵਾਕ ਅਨੁਸਾਰ ਇਹ ਸਾਰੇ ਉਸ ਨੂੰ ਪਾਉਣਾ ਚਾਹੁੰਦੇ ਹਨ ਪਰ ਕੋਈ ਨੇੜੇ ਨਹੀਂ ਪਹੁੰਚਿਆ ਹਜੇ ਤੋਰ ਪਤਾ ਮਾਦਕ ਤਪਕਾਰੀ ਕੋਈ ਨ ਪਹੁੰਚੋ ਤਹਾਂ ਅਗਾਰੀ ਉੱਥੇ ਤਾਂ ਤੇਰਾ ਦਾਦਾ ਵੀ ਨਹੀਂ ਪਹੁੰਚਿਆ ਬਹੁਤ ਤਪੱਸਿਆ ਕੀਤੀ ਆ ਉਹਨੇ ਵੀ ਇਸ ਭਵਾਨ ਪਰ ਚੜੋ ਤੁਰੰਤਾ ਭੋਗੋ ਸੁਖ ਜੋ ਮਹਿਤ ਅਨੰਤਾ ਆਓ ਇਸ ਭਵਾਨ ਵਿੱਚ ਬੈਠੋ ਅਸੀਂ ਤੁਹਾਨੂੰ ਲੈਣ ਆਏ ਹਾਂ ਤਿਨ ਕੇ ਬਚਨ ਸੁਣੇ ਧਰੁਵ ਜਾਵਹੀ ਸੌਰ ਸਾਰ ਮੈਂ ਇਸ਼ਨਾਨ ਕਿਆ ਤਵਹੀ ਉਹਨਾਂ ਦੇ ਬਚਨ ਸੁਣ ਕੇ ਕਹਿੰਦੇ ਭਗਤ ਜੀ ਸਮਾਧੀ ਚ ਉੱਠੇ ਇਸ਼ਨਾਨ ਕੀਤਾ ਹੈ ਸਰਬ ਰਿਖਣ ਕੋ ਬੰਧਨ ਕੀਨੇ ਹਰਖਤ ਹਵੈ ਸਭ ਆਸ਼ਿਖ ਲੀਨੀ ਉਹਨਾਂ ਰਿਸ਼ੀਆਂ ਜੋ ਬਿਮਾਨ ਲੈ ਕੇ ਆਏ ਆ ਨਮਸਕਾਰ ਕਰਕੇ ਉਹਨਾਂ ਦੀ ਅਸੀਸ ਲਈ ਹੈ ਪੌਨ ਬਿਮਾਨ ਪੂਜਾ ਭਾਲ ਭਾਂਤੀ ਤੀਨ ਪ੍ਰਦਰਸ਼ਨ ਦੀਨ ਸੁਹਾਂਤੀ ਉਸ ਬਿਮਾਨ ਦੀਆਂ ਵੀ 3 ਪ੍ਰਕਰਮਾਂ ਕੀਤੀਆਂ ਹਨ ਸਰਬ ਗਣਨ ਕੋ ਬੰਧਨ ਕਰ ਕੈ ਚੜਿਓ ਬਿਮਾਨ ਹਰਖ ਔਰ ਭਰ ਕੈ ਜਿਹੜੇ ਗਣ ਇਹਨਾਂ ਨੂੰ ਲੈਣ ਵਾਸਤੇ ਆਏ ਹਨ ਉਹਨਾਂ ਨੂੰ ਨਮਸਕਾਰ ਕਰਕੇ ਬਿਮਾਨ ਵਿੱਚ ਬੈਠ ਗਏ ਜੀ ਦੇਵਨ ਬਾਦਤ ਸਰਬ ਬਜਾਏ ਪੁਸ਼ਪਾਂ ਜਲ ਬਹੁਤੀ ਬਰਖਾ ਦੇਵ ਲੋਕ ਦੇ ਵਿੱਚੋਂ ਫੁੱਲਾਂ ਦੀ ਵਰਖਾ ਹੋਣ ਲੱਗੀ
ਜੈ ਜੈ ਧਨ ਚਾਹ ਔਰ ਉਚਾਰੀ ਹਲ ਚਲੇ ਉਪਮਾਨ ਮਹਾ ਸੁਖਕਾਰੀ। ਇਹੋ ਜੈ ਜੈਕਾਰਾਂ ਦੀ ਆਵਾਜ਼ ਦੇ ਨਾਲ ਇਹ ਵਿਮਾਨ ਚੱਲ ਪਿਆ ਹੈ ਜੀ। ਸਭ ਹਨ ਤੇ ਉੱਚੇ ਅਸਥਾਨਾਂ ਪਹੁੰਚੋ ਚਲ ਕਰ ਰੁਚਰ ਬਿਮਾਨਾ। ਇਹ ਵਿਮਾਨ ਸਭ ਤੋਂ ਉੱਚਾ ਚਲਿਆ ਗਿਆ ਹੈ। ਸ੍ਰੀ ਅੰਗਦ ਸੁਣਿਓ ਗੁਣ ਖਾਨੀ ਸ੍ਰੀ ਗੁਰ ਭਾਖੀ ਸਰਬ ਕਹਾਣੀ। ਭਾਈ ਬਾਲਾ ਜੀ ਕਹਿੰਦੇ ਇਉਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਸਾਰੀ ਕਹਾਣੀ ਸੁਣਾਉਣੀ ਕੀਤੀ ਸੀ। ਸੁਣ ਮਰਦਾਨਾ ਕਹਿ ਚਿਤ ਚਾਹੀ ਸ੍ਰੀ ਪ੍ਰਭ ਦਰਸ ਕਰਹਿ ਅਬ ਤਾਹੀ। ਮਰਦਾਨਾ ਕਹਿਣ ਲੱਗਿਆ ਮਹਾਰਾਜ ਚਲੋ ਉਹਨਾਂ ਦੇ ਦਰਸ਼ਨ ਵੀ ਕਰਵਾਓ ਸਾਨੂੰ। ਜਿਹ ਕੋ ਰੁਚਰ ਚਰਤ ਤੁਮ ਭਾਖਾ ਤਿਹ ਕੇ ਦੇਖਣ ਕੀ ਅਬਿਲਾਖਾ। ਇੰਨੇ ਕੌਤਕ ਉਹਨਾਂ ਦੇ ਸਾਨੂੰ ਸੁਣਾਏ, ਹੁਣ ਉਹਦੇ ਦਰਸ਼ਨ ਵੀ ਕਰਨੇ ਹਨ। ਸ੍ਰੀ ਗੁਰ ਭਣ ਸੁਣੋ ਮਰਦਾਨਾ ਚਲੋ ਦਿਖਾਵਾਂ ਤੇ ਅਸਥਾਨਾ। ਧੰਨ ਗੁਰੂ ਨਾਨਕ ਦੇਵ ਗਏ ਚੱਲ ਮਰਦਾਨਿਆ ਤੈਨੂੰ ਉਹਦੇ ਦਰਸ਼ਨ ਵੀ ਕਰਵਾ ਦਿੰਦੇ ਹਾਂ ਦੋਹਰਾ। ਫਿਰ ਤੋ ਧਰਵ ਥਾਨ ਨਜ ਦੇਖ ਹਮਾਰੀ ਔਰ ਵਿਚਾਰ ਤਵੈ ਨਾ ਤਰੈ ਨਰ ਇਹਾਂ ਆਏ ਕਹੇ ਕੇ ਜੋਰ। ਤਾਂ ਜਦ ਅਸੀਂ ਉਹਦੇ ਨੇੜੇ ਪਹੁੰਚੇ ਧਰੂ ਦੇ ਤੇ ਸਾਨੂੰ 3 ਲੋਕਾਂ ਨੂੰ ਦੇਖ ਕਰਕੇ ਉਹ ਸੋਚਣ ਲੱਗਿਆ ਵੀ 3 ਮਨੁੱਖ ਕਿੱਦਾਂ ਪਹੁੰਚ ਗਏ ਹਨ ਇੱਥੇ। ਚੌਪੀ ਪਹੁੰਚੇ ਤੇ ਸਮੀਪ ਜਬ ਜਾਈ ਸ੍ਰੀ ਕਰਤਾਰ ਅਲਾਈ। ਜਦੋਂ ਅਸੀਂ ਉਹਨਾਂ ਦੇ ਕੋਲ ਪਹੁੰਚੇ ਤੇ ਨਾਨਕ ਜੀ ਨੇ ਸ੍ਰੀ ਕਰਤਾਰ ਕਹੀ ਐ। ਬੂਝਤ ਧਰੋ ਕੌਣ ਤੁਮ ਆਏ ਪੂਚਰ ਖੇਚਰ ਕਹਿਨ ਪਹੁੰਚਾਵੇ। ਔਰ ਧਰੂ ਕਹਿਣ ਲੱਗਿਆ ਤੁਸੀਂ ਇੱਥੇ ਕਿਵੇਂ ਪਹੁੰਚ ਗਏ? ਪੂਚਰ ਧਰਤੀ ਤੋਂ ਖੇਚਰ ਅਸਮਾਨਾਂ ਵਿੱਚ ਤੁਹਾਨੂੰ ਕੌਣ ਲੈ ਕੇ ਆ ਗਿਆ? ਕੈਸੇ ਮਾਰਗ ਲੀਨ ਪਛਾਨਾ ਆਗੇ ਕਿਤ ਕੋ ਕੀਨ ਪਿਆਨਾ। ਤੁਹਾਨੂੰ ਇਸ ਰਸਤੇ ਦਾ ਪਤਾ ਕਿਵੇਂ ਲੱਗ ਗਿਆ? ਗਾਹਾਂ ਕਿੱਥੇ ਚੱਲੇ ਹੋ? ਵੇਖੋ ਪੰਥ ਵੱਡ ਕਿਉਂ ਕਰ ਆਏ ਦੇਵ ਨਾ ਦਾਨਵ ਕਿਨਹੂ ਖਾਏ। ਇਹ ਤਾਂ ਬੜਾ ਔਖਾ ਰਸਤਾ, ਇੱਧਰ ਤਾਂ ਕੋਈ ਦੇਵਤਾ ਵੀ ਨਹੀਂ ਆ ਸਕਦਾ, ਦੈਂਤ ਵੀ ਨਹੀਂ ਆ ਸਕਦਾ, ਤੁਸੀਂ ਮਨੁੱਖ ਕਿਵੇਂ ਪਹੁੰਚ ਗਏ? ਪੂਰਬ ਭਈ ਨ ਕਬਹੂ ਪਰਬ ਭਈ ਨ ਕਬਹੂ ਐਸੇ ਦੇਹ ਸਹਿਤ ਆਏ ਅਬ ਜੈਸੇ। ਜਿਸ ਤਰ੍ਹਾਂ ਤੁਸੀਂ ਸਰੀਰ ਕਰਕੇ ਆ ਗਏ ਅੱਜ ਤੱਕ ਇੱਥੋਂ ਤੱਕ ਕੋਈ ਨਹੀਂ ਆ ਸਕਿਆ। ਵੇਖੋ ਪਹਾੜ ਉਲੰਘੇ ਸਾਰੇ ਔ ਸੁਨ ਸ੍ਰੀ ਗੁਰ ਬਚਨ ਉਚਾਰੇ। ਇਹਨਾਂ ਪਹਾੜਾਂ ਦੇ ਰਸਤੇ ਨੂੰ ਪਾਰ ਕਰਕੇ ਤੁਸੀਂ ਕਿਵੇਂ ਆ ਗਏ? ਤਾਂ ਗੁਰੂ ਨਾਨਕ ਦੇਵ ਜੀ ਦੱਸਣਾ ਕਰਦੇ ਹਨ। ਦੋਹਰਾ ਸਤਨਾਮ ਕਰਤਾ ਪੁਰਖ ਕੀਨ ਭਗਤ ਤੇ ਜੋਰ ਮਾਰਗ ਭਲੇ ਪਛਾਨ ਕੇ ਆਏ ਤੁਮਰੀ ਔਰ। ਹੁਣ ਧੰਨ ਗੁਰੂ ਨਾਨਕ ਦੇਵ ਜੀ ਭਗਤ ਜੀ ਨਾਲ ਵਿਚਾਰਾਂ ਕਰਦੇ ਹਨ ਔਰ ਕਹਿੰਦੇ ਹਨ ਅਸੀਂ ਵੀ ਉਸ ਕਰਤੇ ਪੁਰਖ ਨੂੰ ਸਿਮਰਿਆ ਹੈ, ਉਹ ਹੀ ਸਾਨੂੰ ਤੁਹਾਡੇ ਤੱਕ ਲੈ ਆਇਆ ਹੈ। ਚੌਪਈ ਧਰੋ ਧਿਆਨ ਜਬ ਸ੍ਰੀ ਕਰਤਾਰਾ ਸਭ ਹੀ ਮਾਰਗ ਭਇਓ ਸੁਖਾਰਾ। ਕਹਿੰਦੇ ਜਦੋਂ ਅਸੀਂ ਪਰਮੇਸ਼ਰ ਦਾ ਧਿਆਨ ਧਰੀਏ ਤੇ ਸਾਰੇ ਰਸਤੇ ਲੱਭ ਜਾਂਦੇ ਹਨ ਸੌਖੇ। ਨਿਰੰਕਾਰ ਕੇ ਦਰਸ਼ਨ ਆਏ ਦਾਨਵ ਦੇਵ ਚਰਨ ਕੋ ਲਾਏ। ਤੇ ਤੁਸੀਂ ਅੱਗੇ ਕਿੱਧਰ ਜਾਣਾ? ਭਗਤ ਜੀ ਕਹਿੰਦੇ ਅਸੀਂ ਕਹਿੰਦੇ ਅੱਗੇ ਨਿਰੰਕਾਰ ਦੇ ਦਰਸ਼ਨਾਂ ਲਈ ਆਏ ਹਾਂ। ਅਨੇਕਾਂ ਦੈਂਤਾਂ ਦੇਵਤਿਆਂ ਨੂੰ ਪੈਰੀ ਪਾ ਕੇ ਆਏ ਹਾਂ। ਦਰਸ਼ਨ ਕੀ ਅਬਿਲਾਖ ਹਮਾਰਾ ਬਰ ਦੀਜੈ ਜਿਉ ਬੇਗ ਨਿਹਾਰੈ। ਕਿਰਪਾ ਕਰੋ ਮਹਾਰਾਜ ਅਸੀਂ ਦਰਸ਼ਨ ਕਰਨੇ ਆ ਪਰਮੇਸ਼ਰ ਦੇ, ਤੁਸੀਂ ਸਾਨੂੰ ਬਖਸ਼ਿਸ਼ ਕਰੋ ਜਲਦੀ ਦਰਸ਼ਨ ਹੋ ਜਾਣ। ਬਾਲ ਬੈਸ ਤੇ ਭਗਤ ਸਪੂਰਨ ਮਹਿਮਾ ਦੇਖ ਤੋਰ ਗੁਣ ਰੂਰਨ। ਤੁਹਾਡੀ ਮਹਿਮਾ ਬਹੁਤ ਹੈ ਜਿਨ੍ਹਾਂ ਨੇ ਬਚਪਨ ਦੇ ਵਿੱਚ ਰੱਬ ਨੂੰ ਪਾਇਆ ਜੀ। ਜਾਨੋ ਨਾਨਕ ਨਾਮ ਹਮਾਰਾ ਦਰਸ਼ਨ ਭਗਤਨ ਕੋ ਸੁਖ ਸਾਰਾ। ਸਾਡਾ ਨਾਮ ਨਾਨਕ ਹੈ ਜੋ ਭਗਤਾਂ ਨੂੰ ਸੁੱਖ ਦੇਣ ਵਾਲਾ ਹੈ। ਧਰੋਨੇ ਸੁਣਿਓ ਨਾਮ ਅਸ ਜਬ ਹੀ ਨਮੋ ਕੀਨ ਕਰ ਜੋਰੇ ਤਬ ਹੀ। ਜਦੋਂ ਧਰੂ ਨੂੰ ਦੱਸਿਆ ਕਿ ਸਾਡਾ ਨਾਮ ਨਾਨਕ ਹੈ ਤੇ ਧਰੂ ਨੂੰ ਵੀ ਪਤਾ ਸੀਗਾ ਕਿ ਮਾਤ ਲੋਕ ਵਿੱਚ ਇੱਕ ਨਾਨਕ ਨਾਮ ਦਾ ਅਵਤਾਰ ਗਿਆ ਹੈ, ਤਾਂ ਉਹਨਾਂ ਨੇ ਉਸੇ ਵੇਲੇ ਹੱਥ ਬੰਨ ਕੇ ਨਮਸਕਾਰ ਕੀਤੇ ਜੀ। ਕਹਿਣ ਲੱਗਿਓ ਪੁਰਬ ਸੁਧ ਪਾਈ ਤਰਾ ਅਵਤਾਰ ਪ੍ਰਭੂ ਧਰ ਜਾਈ। ਅੱਛਾ ਮਹਾਰਾਜ ਤੁਸੀਂ ਅਵਤਾਰ ਧਾਰਿਆ ਹੈ, ਖੁਦ ਪਰਮੇਸ਼ਰ ਨੇ ਹੀ ਨਾਨਕ ਬਣ ਕੇ ਜਾਣਾ ਕੀਤਾ। ਇਹ ਧਰੂ ਵੀ ਕਹਿੰਦਾ ਹੈ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਿਸ ਪਰਮੇਸ਼ਰ ਨੇ ਦੁਨੀਆ ਬਣਾਈ ਆ ਉਹ ਹੁਣ
ਨਾਨਕ ਬਣ ਕੇ ਗਿਆ। ਆਣ ਨਿਕਟ ਮੁਝ ਦਰਸ਼ਨ ਦੀਨ ਲੋਚਨ ਗੋਚਰ ਸਫਲੀ ਕੀਨੰ। ਆ ਤਾਂ ਬੜੀ ਕਿਰਪਾ ਕੀਤੀ, ਆ ਕੇ ਦਰਸ਼ਨ ਦੇ ਕੇ ਨਿਹਾਲ ਕੀਤਾ ਜੇ। ਸ੍ਰੀ ਅੰਗਦ ਜੀ ਸੁਣ ਸੁਖ ਰਾਸੂ ਯਉ ਹਰਖਤ ਕੇ ਬਚਨ ਬਿਲਾਸੂ। ਇਉਂ ਗੁਰੂ ਅੰਗਦ ਦੇਵ ਜੀ ਸਤਿਗੁਰਾਂ ਨੇ ਖੁਸ਼ੀ ਖੁਸ਼ੀ ਸਾਡੇ ਨਾਲ ਬਚਨ ਬਿਲਾਸ ਕਰਦਿਆਂ ਹੋਇਆਂ ਭਗਤ ਧਰੂ ਦੇ ਦਰਸ਼ਨ ਕਰਾਏ। ਫਿਰ ਧਰੂ ਨੇ ਵੀ ਖੁਸ਼ੀ ਖੁਸ਼ੀ ਬੜੇ ਬਚਨ ਕੀਤੇ। ਕਿਤਕ ਕਾਲ ਬੈਠੇ ਜਗ ਸੁਆਮੀ ਤੇ ਪਦ ਕਵੀ ਨਮਾਮ ਨਮਾਮੀ। ਔਰ ਭਾਈ ਸੰਤੋਖ ਸਿੰਘ ਕਵੀ ਕਹਿੰਦੇ ਉਹਨਾਂ ਦੇ ਚਰਨਾਂ 'ਚ ਮੇਰੀ ਨਮਸਕਾਰ ਹੈ। ਕੁਝ ਸਮਾਂ ਸਤਿਗੁਰੂ ਉੱਥੇ ਬੈਠੇ ਰਹੇ ਜੀ ਦੋਹਰਾ। ਅਦਭੁਤ ਸੰਤ ਸਮਾਜ ਸਾਰ ਕਰ ਸਨਾਨ ਮਿਲ ਤਾਹੇ ਬਾਇਸ ਤੇ ਪਿਕ ਹੋਤਾ ਹੈ ਬਖਤੇ ਹੰਸ ਕਰਾਏ। ਭਾਈ ਸਾਹਿਬ ਨੂੰ ਕਵੀ ਕਮੰਗਲਾ ਚੰਨ ਕਰਦੇ ਆ ਕਿ ਸਾਧੂਆਂ ਦੀ ਸੰਗਤ ਜਿਹੜੀ ਹੁੰਦੀ ਹੈ ਨਾ ਉਹ ਸਰੋਵਰ ਦੀ ਨਿਆਈ ਹੁੰਦੀ ਹੈ। ਸਾਧੂਆਂ ਦੀ ਸੰਗਤ ਵਿੱਚ ਬੈਠਣ ਵਾਲਾ ਕਾਂ ਤੋਂ ਕੋਇਲ ਬਣ ਸਕਦਾ ਹੈ ਔਰ ਬਗਲੇ ਤੋਂ ਹੰਸ ਬਣ ਸਕਦਾ ਹੈ। ਚੌਪਈ ਬਾਲਾ ਕਹਿਤ ਰੁਚਰ ਇਤਿਹਾਸਾ ਸ੍ਰੀ ਅੰਗਦ ਜੀ ਸੁਣ ਸੁਖ ਰਾਸਾ। ਭਾਈ ਬਾਲਾ ਜੀ ਧਰੂ ਤੋਂ ਅਗਲਾ ਇਤਿਹਾਸ ਸੁਣਾਉਣ ਲੱਗੇ, ਆਓ ਅੱਗੇ ਸੁਣੋ ਜੀ। ਹਮਕੋ ਧਰਵ ਲੋਕ ਮਹਸ਼ੂਰਾ ਗਮਨੇ ਸੱਚ ਖੰਡ ਕੀ ਓਰਾ। ਸਾਨੂੰ ਮਾਰੇ ਫਿਰ ਧਰੂ ਦੇ ਕੋਲ ਬਿਠਾ ਕੇ ਆਪ ਜੀ ਕਹਿੰਦੇ ਮੈਂ ਥੋੜਾ ਅੱਗੇ ਜਾਇਆ ਵਾਂ। ਆਪ ਸੱਚਖੰਡ ਵੱਲ ਚਲੇ ਗਏ। ਹੁਣ ਸੱਚਖੰਡ ਵੀ ਜਾਂਦੇ ਆ, ਉੱਥੇ ਕੀ ਵਿਚਾਰਾਂ ਹੁੰਦੀਆਂ ਇਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਇੱਥੇ ਹੀ ਸਮਾਪਤੀ ਕਰਨ ਦੀ ਆਗਿਆ ਬਖਸ਼ੋ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕਾ। ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਿਬੇਕਾ। ਹੇ ਅਪਰੰਪਰ ਹਰ ਹਰੇ ਹੈ ਬਿਹੋਵਨ ਹਾਰ। ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾਂ ਆਧਾਰ। ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਦ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਨਾਸਣ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਨਾਸਣ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।